ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਧੰਨ ਧੰਨ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਹੁਣ ਮਹਾਂਪੁਰਖ ਨਾਨਕਸਰ ਕਲੇਰੀ ਬਿਰਾਜਮਾਨ ਸੰਗਤਾਂ ਦਾ ਦਿਨ ਰਾਤ ਬੜਾ ਭਾਰਾ ਆਉਣਾ ਜਾਣਾ ਬਣਿਆ ਰਹਿੰਦਾ ਹੈਗਾ। ਇਹ ਜਿਹੜਾ ਸਰੋਵਰ ਸੀਗਾ ਇਸ ਦੀ ਵੀ ਸੇਵਾ ਹੁਣ ਪੂਰੀ ਹੋ ਚੁੱਕੀ ਆ। ਇੱਕ ਦਿਨ ਮਹਾਂਪੁਰਖ ਜੀਪ ਦੇ ਵਿੱਚ ਬੈਠ ਕੇ ਜਦੋਂ ਸੈਰ ਕਰਦੇ ਕਰਦੇ ਮੋਗੇ ਪਹੁੰਚੇ ਆ ਤੇ ਉੱਥੇ ਜਿਹੜਾ ਮੇਨ ਬਾਜ਼ਾਰ ਸੀ, ਮੇਨ ਬਾਜ਼ਾਰ ਦੇ ਫਾਟਕਾਂ ਤੋਂ ਰਹੇ ਮਹਾਂਪੁਰਖ ਨੇ ਆਪਣੀ ਜੀਪ ਖੜੀ ਕੀਤੀ ਤੇ ਜੀਪ ਦੇ ਕੋਲ ਖੜ ਗਏ। ਜਦੋਂ ਜੀਪ ਦੇ ਕੋਲ ਖੜ ਗਏ, ਆਲੇ ਦੁਆਲੇ ਸੰਗਤ ਨੇ ਦੇਖਿਆ, ਸਾਰੇ ਭੱਜ ਕੇ ਮਹਾਂਪੁਰਖਾਂ ਦੇ ਪਾਸ ਆ ਗਏ ਤੇ ਇੱਕ ਬੜੀ ਭਾਰੀ ਸੰਗਤਾਂ ਦੀ ਭੀੜ ਮਹਾਂਪੁਰਖਾਂ ਦੇ ਦੁਆਲੇ ਇਕੱਠੀ ਹੋ ਗਈ। ਸੋ ਉਸ ਟਾਈਮ ਇੱਕ ਸੱਜਣ ਆਪਣੇ ਸਾਈਕਲ ਤੇ ਸਵਾਰ ਹੋ ਕੇ ਜਦੋਂ ਕੋਲੋਂ ਦੀ ਲੰਘੇ ਤੇ ਉਹਨਾਂ ਨੇ ਇੱਕ ਪ੍ਰੇਮੀ ਨੂੰ ਪੁੱਛਿਆ ਵੀ ਭਾਈ ਇਹ ਕੌਣ ਆ ਜਿਨ੍ਹਾਂ ਦੇ ਦੁਆਲੇ ਇੰਨੀ ਭੀੜ ਇਕੱਠੀ ਆ? ਤਾਂ ਉਹ ਸਿੱਖ ਨੇ ਦੱਸਿਆ ਜੀ ਇਹ ਕਲੇਰਾਂ ਵਾਲੇ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਆ। ਤੇ ਜਦੋਂ ਉਹਨਾਂ ਦਾ ਨਾਂ ਲਿਆ ਤੇ ਉਹ ਜਿਹੜੇ ਸਾਈਕਲ ਤੇ ਸਵਾਰ ਸੱਜਣ ਸੀ ਜਿਨ੍ਹਾਂ ਦਾ ਨਾਂ ਸੀ ਪ੍ਰੀਤਮ ਸਿੰਘ। ਇਹ ਜਿਹੜੇ ਪ੍ਰੀਤਮ ਸਿੰਘ ਸੀ ਇਹ ਮਿਸ਼ਨਰੀ ਕਾਲਜ ਦੇ ਪੜ੍ਹਾਏ ਹੋਏ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਤੇ ਮਹਾਂਪੁਰਖਾਂ ਦੇ ਪ੍ਰਤੀ ਇਹਨਾਂ ਦੇ ਅੰਦਰ ਬੜੀ ਜ਼ਹਿਰ ਭਰੀ ਰਹਿੰਦੀ ਸੀਗੀ, ਕਿਉਂਕਿ ਇਹ ਕਹਿੰਦੇ ਹੁੰਦੇ ਸੀਗੇ ਕਿ ਕਲਗੀਧਰ ਤੋਂ ਬਾਅਦ ਕੋਈ ਸੰਤ ਨਹੀਂ ਆ, ਕਿਸੇ ਸੰਤ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ। ਇਹ ਆਦਿਕ ਵਿਚਾਰਾਂ ਇਹਨਾਂ ਦੇ ਮਨਾਂ ਦੇ ਵਿੱਚ ਸੀਗੀਆਂ। ਸੋ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਇਹ ਨਾ ਸੰਤ ਬਾਬਾ ਈਸ਼ਰ ਸਿੰਘ ਜੀ ਆ ਤੇ ਇਹ ਕੋਲੋਂ ਦੀ ਨੱਕ ਮਰੋੜ ਕੇ ਲੰਘ ਗਏ। ਜਦ ਨੱਕ ਮਰੋੜ ਕੇ ਲੰਘੇ ਆ ਉਸ ਤੋਂ ਬਾਅਦ ਜਦੋਂ ਫਿਰ ਇਹ ਆਪਣੇ ਦਫ਼ਤਰ ਦੇ ਵਿੱਚ ਪਹੁੰਚੇ ਤਾਂ ਸਾਹਮਣੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਕੈਲੰਡਰ ਲੱਗਾ ਸੀਗਾ। ਕੁਰਸੀ 'ਤੇ ਬੈਠ ਕੇ ਸੋਚਣ ਲੱਗੇ ਵੀ ਅੱਜ ਕੱਲ੍ਹ ਦੇ ਜਿਹੜੇ ਅਨਪੜ੍ਹ ਲੋਕੀ ਆ ਐਵੇਂ ਬਿਨਾਂ ਦੇਖੇ ਸੋਚੇ ਸਮਝੇ ਆਮ ਲੋਕਾਂ ਨੂੰ ਸੰਤ ਸਮਝ ਕੇ ਮੱਥਾ ਟੇਕੀ ਜਾਂਦੇ ਆ। ਸੋ ਇਸ ਤਰ੍ਹਾਂ ਦੀਆਂ ਵਿਚਾਰਾਂ ਜਦ ਪ੍ਰੀਤਮ ਸਿੰਘ ਦੇ ਮਨ ਦੇ ਵਿੱਚ ਆਈਆਂ ਤੇ ਜਿਉਂ ਹੀ ਸਾਹਮਣੇ ਲੱਗੀ ਫੋਟੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਦ ਉੱਥੇ ਨਜ਼ਰ ਪਈ ਤਾਂ ਫੋਟੋ ਦੇ ਵਿੱਚੋਂ ਇਹਨਾਂ ਨੂੰ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਦੇ ਦਰਸ਼ਨ ਹੋਏ। ਜਦ ਦਰਸ਼ਨ ਹੋਏ ਆ ਤੇ ਇਹ ਹੱਕੇ ਬੱਕੇ ਰਹਿ ਗਏ। ਉਸ ਤਰ੍ਹਾਂ ਜਿਵੇਂ ਜੀਪ ਦੇ ਕੋਲ ਖੜੇ ਆ ਉਹੀ ਸਾਰਾ ਦ੍ਰਿਸ਼ ਉਸ ਫੋਟੋ ਦੇ ਵਿੱਚੋਂ ਨਜ਼ਰ ਆਇਆ। ਜਦ ਫੋਟੋ 'ਚ ਨਜ਼ਰ ਆਇਆ ਫਿਰ ਉਸ ਟਾਈਮ ਪ੍ਰੀਤਮ ਸਿੰਘ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਉਸੇ ਟਾਈਮ ਅੱਖਾਂ ਦੇ ਵਿੱਚੋਂ ਅਥਰੂ ਛਲਕ ਪਏ ਤੇ ਐਸਾ ਬਰਾਗ ਆਇਆ ਕਿ ਰੋਂਦੇ ਰੋਂਦੇ ਤਕਰੀਬਨ ਜ਼ਮੀਨ ਦੇ ਥੱਲੇ ਬੈਠ ਗਏ। ਪਰ ਹੁਣ ਰੁਕੇ ਨਾ। ਜਦ ਰੋਣਾ ਰੁਕੇ ਨਾ ਕਰਦੇ ਕਰਦੇ 2 ਘੰਟੇ ਰੋਂਦੇ ਰਹੇ। ਫਿਰ ਮਨ ਵਿੱਚ ਸੋਚਣ ਵੀ ਮੈਨੂੰ ਅੱਜ ਇੰਨਾ ਰੋਣਾ ਕਿਉਂ ਆ ਰਿਹਾ ਹੈਗਾ। ਜਦ ਇਸ ਤਰ੍ਹਾਂ ਜਾਣੀ ਕਿ ਸੋਚਦੇ ਫਿਰ ਮਨ ਦੇ ਵਿੱਚ ਆਇਆ ਵੀ ਭਾਈ ਅਸਲ ਦੇ ਵਿੱਚ ਕੀ ਆ ਕਿ ਮੈਂ ਮਹਾਂਪੁਰਖਾਂ ਨੂੰ ਮੱਥਾ ਨਹੀਂ ਟੇਕਿਆ, ਸੀਸ ਨਹੀਂ ਨਿਭਾਇਆ, ਕਿਉਂਕਿ ਮੇਰੇ ਮਨ ਦੇ ਵਿੱਚ ਜੋ ਗੱਲ ਇਹ ਹੈਗੀ ਆ ਕਿ ਆਮ ਲੋਕੀ ਸੰਤ ਕਰੀ ਜਾਂਦੇ ਆ, ਸੰਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਕਿਸੇ ਸਾਧ ਸੰਤ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ। ਇਸੇ ਕਰਕੇ ਮੈਂ ਬਿਲਕੁਲ ਇਹਨਾਂ ਦੇ ਕੋਲੋਂ ਦੀ ਨਿਕਲ ਕੇ ਇੱਥੇ ਆ ਗਿਆ ਹੈਗਾ। ਜਦ ਇਸ ਤਰ੍ਹਾਂ ਦੀ ਜਿਹੜੀ ਵਿਚਾਰ ਸੀ ਮਨ ਦੇ ਵਿੱਚ ਆਈ ਫਿਰ ਇੱਕਦਮ ਫਿਰ ਮਨ ਦੇ ਵਿੱਚ ਆਇਆ ਵੀ ਭਾਈ ਮੈਂ ਨਾਨਕਸਰ ਜਾਊਂਗਾ ਤਾਂ ਮਹਾਂਪੁਰਖਾਂ ਨੂੰ ਜਾ ਕੇ ਜ਼ਰੂਰ ਮੱਥਾ ਟੇਕਾਂਗਾ। ਤੇ ਜਦ ਇਸ ਤਰ੍ਹਾਂ ਦੀ ਵਿਚਾਰ ਆਉਂਦਿਆਂ ਤੇ ਆਪ ਹੀ ਫੋਟੋ ਦੇ ਵਿੱਚ ਬਾਬਾ ਈਸ਼ਰ ਸਿੰਘ ਦੇ ਦਰਸ਼ਨ ਤੱਕ ਕੇ ਤੇ ਇਸ ਪ੍ਰੀਤਮ ਸਿੰਘ ਨੇ ਜ਼ਮੀਨ 'ਚ ਮੱਥਾ ਟੇਕ ਦਿੱਤਾ। ਜਦ ਮੱਥਾ ਟੇਕਿਆ ਤਾਂ ਉਹ ਜਿਹੜਾ ਕੈਲੰਡਰ ਦੇ ਵਿੱਚ ਸਾਰਾ ਸੀਨ ਪ੍ਰਕਾਸ਼ ਹੋ ਗਿਆ ਸੀਗਾ ਉਸੇ ਟਾਈਮ ਲੁਪਤ ਹੋ ਗਿਆ। ਉਸ ਤੋਂ ਬਾਅਦ ਫਿਰ ਪ੍ਰੀਤਮ ਸਿੰਘ ਜਿਹੜੇ ਸੀ ਘਰ ਨੂੰ ਆ ਗਏ। ਜਦ ਘਰ ਨੂੰ ਆ ਗਏ ਮੁੜ ਕੇ ਫਿਰ ਮਨ 'ਚ ਖਿਆਲ ਹੋਣਾ ਸ਼ੁਰੂ ਹੋ ਗਿਆ ਕਿ ਮੈਨੂੰ ਅੱਜ ਕੀ ਹੋ ਗਿਆ, ਮੈਂ ਰੋਣ ਲੱਗ ਪਿਆ, ਮੈਂ ਮੱਥਾ ਟੇਕ ਦਿੱਤਾ ਹੈਗਾ, ਮੈਨੂੰ ਇਹ ਮੱਥਾ ਨਹੀਂ ਸੀ ਟੇਕਣਾ ਚਾਹੀਦਾ। ਕਿਉਂਕਿ ਫਿਰ ਮਿਸ਼ਨਰੀ ਕਾਲਜ ਵਾਲੀਆਂ ਗੱਲਾਂ ਜਿਹੜੀਆਂ ਮਨ ਦੇ ਵਿੱਚੋਂ ਫਿਰ ਮਾਇਆ ਰੂਪੀ ਆਪਣਾ ਰੂਪ ਧਾਰ ਕੇ ਸਾਹਮਣੇ ਆਉਣ ਲੱਗ ਪਈਆਂ। ਇਸ ਤਰ੍ਹਾਂ ਕਰਦੇ ਮਨ ਦੇ ਵਿੱਚ ਵਿਚਾਰ ਆਈ ਵੀ ਚਲੋ ਚਾਹੇ ਕੁਛ ਵੀ ਹੋਵੇ ਤੇ ਮੈਂ ਨਾਨਕਸਰ ਜ਼ਰੂਰ ਜਾਊਂਗਾ। ਫਿਰ ਇਹ ਪ੍ਰੀਤਮ ਸਿੰਘ ਜਦ ਨਾਨਕਸਰ ਗਏ ਤੇ ਨਾਨਕਸਰ ਜਾ ਕੇ ਇੱਕ ਨਿੰਮ ਦੇ ਦਰੱਖਤ ਦੇ ਥੱਲੇ ਖੜ੍ਹ ਗਏ ਤੇ ਸਾਹਮਣਿਓਂ ਕਿਉਂਕਿ ਸਰੋਵਰ ਪੂਰਾ ਹੋ ਚੁੱਕਿਆ ਸੀ, ਬਹੁਤ ਸਾਰੀ ਸੰਗਤ ਮਹਾਂਪੁਰਖਾਂ ਦੇ ਨਾਲ ਤੁਰੀ ਆ ਰਹੀ ਸੀ ਤੇ ਉਸ ਟਾਈਮ ਨਾਲ ਮੋਗੇ ਦੇ ਵੀ ਪ੍ਰੇਮੀ ਸੀ। ਤੇ ਜੇ ਪ੍ਰੀਤਮ ਸਿੰਘ ਇਹ ਨਿੰਮ ਦੇ ਕੋਲ ਖੜਾ ਸੀ, ਬਾਬਾ ਈਸ਼ਰ ਸਿੰਘ ਹੋਣੀ ਸੰਗਤਾਂ ਸਮੇਤ ਜਦੋਂ ਕੋਲੋਂ ਦੀ ਲੰਘਣ ਲੱਗੇ ਤਾਂ ਪ੍ਰੀਤਮ ਸਿੰਘ ਦੇ ਕੋਲ ਜਾ ਕੇ ਕੁਛ ਟਾਈਮ ਰੁਕ ਗਏ। ਜਦ ਰੁਕ ਗਏ ਤਾਂ ਪ੍ਰੀਤਮ ਸਿੰਘ ਨੇ ਥੋੜ੍ਹਾ ਤਿਰਛੀ ਨਜ਼ਰ ਦੇ ਨਾਲ ਬਾਬਾ ਈਸ਼ਰ ਸਿੰਘ ਨੂੰ ਤੱਕਿਆ ਤੇ ਪਰ ਮਨ ਦੇ ਵਿੱਚ ਕੋਈ ਸੰਕਲਪ ਨਹੀਂ ਲਿਆ, ਕੋਈ ਮੱਥਾ ਨਹੀਂ ਟੇਕਿਆ, ਕੋਈ ਸਤਿਕਾਰ ਅੰਦਰ ਕੁਛ ਨਹੀਂ ਫੁਰਿਆ। ਬਸ ਇੱਕ ਬੁੱਤ ਬਣ ਕੇ ਖੜਾ ਉੱਥੇ ਆਲੇ ਦੁਆਲਾ ਭੀੜ ਜਿਹੜੀ ਸੰਗਤ ਸਾਰੇ ਵੱਲ ਤੱਕਦਾ ਰਿਹਾ। ਅਚਨਚੇਤ ਇਹ ਜਿਹੜੀ ਮੋਗੇ ਦੀ ਸੰਗਤ ਸੀ ਉਹਨਾਂ ਨੇ ਬਾਬਾ ਜੀ ਨੂੰ ਆਖਿਆ ਵੀ ਬਾਬਾ ਜੀ ਆਹ ਜਿਹੜਾ ਬੰਦਾ ਇਹ ਗਿਆਨੀ ਵੀ ਆ, ਕਵੀ ਵੀ ਆ, ਕਥਾਵਾਚਕ ਵੀ ਆ।
ਜਦ ਮੋਗੇ ਵਾਲੀ ਸੰਗਤ ਨੇ ਪ੍ਰੀਤਮ ਸਿੰਘ ਦੇ ਬਾਰੇ ਇਸ ਤਰ੍ਹਾਂ ਬਾਬਾ ਈਸ਼ਰ ਸਿੰਘ ਨੂੰ ਦੱਸਿਆ ਤੇ ਬਾਬਾ ਈਸ਼ਰ ਸਿੰਘ ਹੁਣਾਂ ਨੇ ਵੀ ਤਿਰਛੀ ਨਜ਼ਰ ਦੇ ਨਾਲ ਪ੍ਰੀਤਮ ਸਿੰਘ ਵੱਲ ਮਾੜਾ ਜਿਹਾ ਤੱਕਿਆ ਤੇ ਘੂਰੀ ਜਿਹੀ ਵੱਟ ਕੇ ਤੇ ਉੱਥੋਂ ਕੋਲੋਂ ਦੀ ਜਿਹੜੇ ਸੀ ਉਹ ਅੱਗੇ ਲੰਘ ਗਏ। ਫਿਰ ਜਦ ਅੱਗੇ ਲੰਘੇ ਤਾਂ ਪ੍ਰੀਤਮ ਸਿੰਘ ਦੇ ਮਨ ਦੇ ਵਿੱਚ ਆਈ ਵੀ ਦੇਖੋ, ਜਿੱਥੇ ਮੇਰੀ ਕੋਈ ਸਿਫਤ ਕਰੇ, ਕੋਈ ਸਤਿਕਾਰ ਕਰੇ ਤੇ ਉੱਥੇ ਦਾ ਸਤਿਕਾਰ ਸੁਣਨ ਵਾਲਾ ਕੋਈ ਵੀ ਵਿਅਕਤੀ ਹੋਵੇ ਮੇਰੀ ਇੱਜ਼ਤ ਮਾਣ ਜ਼ਰੂਰ ਕਰਦਾ, ਪਰ ਇਹ ਤਾਂ ਆਪਣੇ ਆਪ ਨੂੰ ਸਾਧਕ ਹੋਣ ਵਾਲਾ ਐਸਾ ਸ਼ਖਸ ਹੈਗਾ ਵੀ ਮੈਨੂੰ ਦੇਖ ਕੇ ਘੂਰੀ ਵੱਟ ਕੇ ਤਾਂ ਮੂੰਹ ਦੂਸਰੇ ਪਾਸੇ ਕਰਕੇ ਕੋਲੋਂ ਦੇ ਨਿਕਲਿਆ, ਮੇਰੀ ਕੋਈ ਇੱਜ਼ਤ ਸਤਿਕਾਰ ਨਹੀਂ ਕੀਤੀ। ਜਦ ਮਨ ਦੇ ਵਿੱਚ ਪ੍ਰੀਤਮ ਸਿੰਘ ਦੇ ਬਾਰ-ਬਾਰ ਇਹ ਗੱਲ ਆਈ ਤੇ ਫਿਰ ਮਨ ਦੇ ਵਿੱਚੋਂ ਆਇਆ, ਭਾਈ ਵੀ ਤੇਰੀ ਸਤਿਕਾਰ ਤੇਰਾ ਕਿਵੇਂ ਹੋਵੇ, ਤੂੰ ਕਿਹੜਾ ਆਪ ਉਹਨਾਂ ਦਾ ਸਤਿਕਾਰ ਕੀਤਾ ਹੈਗਾ ਵੀ ਤੈਨੂੰ ਸਤਿਕਾਰ ਬਦਲੇ ਸਤਿਕਾਰ ਮਿਲੇ। ਸਾਰੀਆਂ ਸੰਗਤਾਂ ਮੱਥਾ ਟੇਕਦੀਆਂ ਮਹਾਂਪੁਰਖਾਂ ਨੂੰ, ਪਰ ਤੂੰ ਮਿਸਰੀ ਕਾਲ ਦਾ ਜ਼ਹਿਰ ਤੇਰੇ ਅੰਦਰ ਭਰਿਆ ਹੋਣ ਕਰਕੇ ਤੂੰ ਬਿਟ ਉਹਨਾਂ ਵੱਲ ਤੱਕਦਾ ਰਿਹਾ। ਤੇ ਜਦ ਇਸ ਤਰ੍ਹਾਂ ਦੀ ਵਿਚਾਰ ਫਿਰ ਪ੍ਰੀਤਮ ਸਿੰਘ ਦੇ ਮਨ ਦੇ ਵਿੱਚ ਆਈ, ਅਚਨਚੇਤ ਉੱਥੇ ਇੱਕ ਬਜਾਜੀ ਸਿੰਘ ਜਿਹੜਾ ਪ੍ਰੀਤਮ ਸਿੰਘ ਨੂੰ ਜਾਣਦਾ ਸੀ ਹੱਸਦਾ ਹੱਸਦਾ ਕੋਲ ਆਇਆ ਤੇ ਕੋਲ ਆ ਕੇ ਪ੍ਰੀਤਮ ਸਿੰਘ ਨੂੰ ਕਹਿਣ ਲੱਗਾ ਵੀ ਤੈਨੂੰ ਮਹਾਂਪੁਰਖ ਨੇ ਖਿਤਾਬ ਦੇ ਦਿੱਤਾ। ਜਦ ਇੰਨੀ ਗੱਲ ਹੋਈ ਪ੍ਰੀਤਮ ਸਿੰਘ ਨੇ ਪੁੱਛਿਆ ਵੀ ਉਹ ਕਿਹੜਾ ਖਿਤਾਬ ਮੈਨੂੰ ਦੇ ਦਿੱਤਾ? ਕਹਿੰਦੇ ਵੀ ਤੈਨੂੰ ਖਿਤਾਬ ਦੇ ਦਿੱਤਾ ਉੱਡਣਾ ਸੱਪ। ਜਦ ਉੱਡਣਾ ਸੱਪ ਦਿੱਤਾ ਹੈਗਾ ਤੇ ਫਿਰ ਉਸ ਗਿਆਨੀ ਨੇ ਹੱਸਦਿਆਂ ਇਹ ਵੀ ਦੱਸਿਆ ਕਿ ਮਹਾਂਪੁਰਖ ਇਹ ਕਹਿੰਦੇ ਹੁੰਦੇ ਸੀ, ਕਹਿੰਦੇ ਭਾਈ ਵੀ ਜਿਹੜੇ ਦੂਜੇ ਸੱਪ ਆ ਤਾਂ ਰੀਂਗ ਕੇ ਡੰਗ ਮਾਰਦੇ ਆ ਤੇ ਪਰ ਉੱਡਣਾ ਸੱਪ ਦੂਜੇ ਸੱਪ ਵਾਂਗ ਦੁੱਧ ਪੀਂਦਾ ਪਰ ਉੱਡ ਕੇ ਡੰਗ ਮਾਰਦਾ ਹੈਗਾ। ਇਹੋ ਜਿਹੀ ਹਾਲਤ ਨਾ ਪ੍ਰੀਤਮ ਸਿੰਘ ਦੀ ਹੈਗੀ ਹੈ। ਜਦ ਪ੍ਰੀਤਮ ਸਿੰਘ ਨੇ ਸੁਣਿਆ ਮਨ ਦੇ ਮਨ ਹੀ ਬੜਾ ਸ਼ਰਮਿੰਦਾ ਹੋਇਆ ਪਰ ਮੂੰਹੋਂ ਕੁਛ ਨਹੀਂ ਬੋਲਿਆ ਹੈਗਾ। ਉਸ ਤੋਂ ਬਾਅਦ ਫਿਰ ਜਿਹੜਾ ਪ੍ਰੀਤਮ ਸਿੰਘ ਸੀਗਾ ਇਹ ਜਦੋਂ ਫਿਰ ਉੱਥੋਂ ਤੁਰਿਆ ਹੈਗਾ, ਤੁਰਦੇ ਤੁਰਦੇ ਇਹਦੇ ਮਨ ਦੇ ਵਿੱਚ ਫਿਰ ਜਿਹੜੀਆਂ ਸੀ ਵਿਚਾਰਾਂ ਸ਼ੁਰੂ ਹੋਣ ਲੱਗ ਪਈਆਂ। ਜਦ ਵਿਚਾਰਾਂ ਸ਼ੁਰੂ ਹੋਣ ਲੱਗ ਪਈਆਂ ਤੇ ਵੀ ਭਾਈ ਗੱਲ ਤਾਂ ਬਿਲਕੁਲ ਠੀਕ ਹੈਗੀ ਆ, ਮੇਰਾ ਸੁਭਾਅ ਵੀ ਹੈ ਨਾ ਸੱਪਾਂ ਵਰਗਾ ਹੋ ਗਿਆ ਕਿ ਜਿਹੜੇ ਸੱਪ ਹੈਗੇ ਚਾਹੇ ਚੰਦਨ ਦੇ ਉੱਤੇ ਕਿਉਂ ਨਾ ਬੈਠੇ ਰਹਿਣ ਪਰ ਉਹਨਾਂ ਦੇ ਅੰਦਰੋਂ ਜ਼ਹਿਰ ਨਹੀਂ ਜਾਂਦਾ ਹੈਗਾ, ਮੇਰੇ ਅੰਦਰ ਵੀ ਇਸ ਤਰ੍ਹਾਂ ਦੇ ਵਿਚਾਰਾਂ ਦਾ ਜ਼ਹਿਰ ਨਹੀਂ ਜਾਂਦਾ। ਫਿਰ ਮਨ ਦੇ ਵਿੱਚ ਆਇਆ ਕਿ ਮੈਂ ਹੈ ਨਾ ਫਿਰ ਦੁਬਾਰਾ ਨਾਨਕਸਰ ਜਾਊਂਗਾ। ਇਹ ਪ੍ਰੀਤਮ ਸਿੰਘ ਦੁਬਾਰਾ ਫਿਰ ਨਾਨਕਸਰ ਗਿਆ। ਜਦ ਨਾਨਕਸਰ ਗਿਆ ਉੱਥੇ ਬਾਬਾ ਈਸ਼ਰ ਸਿੰਘ ਹੁਣ ਦੇ ਦੀਵਾਨ ਚੱਲਦੇ ਸੀ ਉਸ ਟਾਈਮ, ਤੇ ਇਹ ਜਦ ਦੀਵਾਨ ਦੇ ਵਿੱਚ ਬੈਠਾ ਤੇ ਬੈਠਣ ਤੋਂ ਬਾਅਦ ਇਹਦੇ ਮਨ ਦੇ ਜਿੰਨੇ ਵੀ ਸ਼ੰਕੇ ਸੀਗੇ ਉਹਨਾਂ ਦਾ ਪ੍ਰਸ਼ਨਾਂ ਦਾ ਉੱਤਰ ਬਾਬਾ ਈਸ਼ਰ ਸਿੰਘ ਜੀ ਕਥਾ ਦੇ ਦੌਰਾਨ ਇਹਨੂੰ ਨਾਲੋਂ ਨਾਲ ਦੇਈ ਗਏ। ਇਹ ਬੜਾ ਸੋਚੇ, ਬੜਾ ਹੈਰਾਨ ਹੋਇਆ ਕਿ ਮੈਨੂੰ ਤਾਂ ਕੋਈ ਸਵਾਲ ਕਰਨ ਦੀ ਲੋੜ ਹੀ ਨਹੀਂ, ਜਿਹੜਾ ਵੀ ਸਵਾਲ ਮੇਰੇ ਮਨ 'ਚ ਆਉਂਦਾ ਫਟ ਉਹਦਾ ਜਵਾਬ ਮੇਰੇ ਸਾਹਮਣੇ ਹੋ ਜਾਂਦਾ। ਇਸ ਤਰ੍ਹਾਂ ਬੜਾ ਹੈਰਾਨ ਹੋਇਆ। ਉਸ ਤੋਂ ਬਾਅਦ ਵੀ ਜਦ ਘਰ ਮੋਗੇ ਪਹੁੰਚਿਆ, ਰਾਤ ਨੂੰ ਸੁਪਨੇ ਵਿੱਚ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਇਹਨੂੰ ਦਰਸ਼ਨ ਦਿੱਤੇ। ਜਦ ਦਰਸ਼ਨ ਦਿੱਤੇ ਆ ਤੇ ਇਹਦੇ ਜਿੰਨੇ ਵੀ ਜਿਹੜੇ ਸ਼ੰਕੇ ਸੀਗੇ ਇਹ ਜਦ ਨਿਵਰਤ ਹੋਇਆ, ਫਿਰ ਇਹ ਮਨ ਦੇ ਵਿੱਚ ਆਇਆ ਵੀ ਭਾਈ ਸੰਤ ਤੇ ਰੱਬ ਦੇ ਵਿੱਚ ਕੋਈ ਭੇਦ ਨਹੀਂ ਹੈਗਾ। ਤੇ ਫਿਰ ਇਹਨਾਂ ਮਹਾਂਪੁਰਖਾਂ ਦੇ ਪ੍ਰਤੀ ਲਗਾਅ ਹੋਇਆ, ਪ੍ਰੇਮ ਹੋਇਆ ਤੇ ਮਨੋ ਮਨੀ ਇਹ ਆਪਣਾ ਜਿਹੜਾ ਮਨ ਸੀ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ ਦੇ ਵਿੱਚ ਭੇਟਾ ਕਰ ਚੁੱਕਾ ਸੀਗਾ। ਹੁਣ ਜਿੰਨੇ ਵੀ ਇਹਦੇ ਮਿਸ਼ਰੀ ਨਾਲ ਦੇ ਸਤਸੰਗੀ ਦੋਸਤ ਹੁੰਦੇ ਜਿਹੜੇ ਉੱਤਰੋਂ ਮਹਾਂਪੁਰਖਾਂ ਦੀ ਨਿੰਦਾ ਕਰ, ਪਰ ਅੰਦਰੋਂ ਮਨ ਹੁਣ ਬਾਬਾ ਈਸ਼ਰ ਸਿੰਘ ਦੇ ਹੁਣਾਂ ਦੇ ਨਾਲ ਜੁੜ ਚੁੱਕਾ ਸੀਗਾ। ਇਸ ਕਰਕੇ ਫਿਰ ਪ੍ਰੀਤਮ ਸਿੰਘ ਜਿਹੜਾ ਸੀਗਾ ਇਹ ਉੱਠਿਆ, ਉੱਠ ਕੇ ਇਹਨੇ ਫਿਰ ਵਿਚਾਰ ਬਜਾਈ ਵੀ ਅੱਜ ਹੁਣ ਫਿਰ ਨਾਨਕਸਰ ਜਾਊਂਗਾ। ਇਹਨੇ ਫਿਰ ਨਾ ਪ੍ਰਸ਼ਾਦ ਵਜੋਂ ਥੋੜ੍ਹੇ ਆਲੂ ਬੁਖਾਰੇ ਲੈ ਕੇ ਤਾਂ ਫਿਰ ਮਹਾਂਪੁਰਖਾਂ ਦੇ ਪਾਸ ਪਹੁੰਚ ਗਿਆ। ਜਦ ਪਾਸ ਪਹੁੰਚ ਗਿਆ ਉੱਥੇ ਫਿਰ ਕੀ ਦੇਖਿਆ ਕਿ ਸੰਗਤਾਂ ਦਾ ਭਾਰਾ ਇਕੱਠ ਹੈ ਤੇ ਬਾਬਾ ਜੀ ਸੰਗਤਾਂ 'ਚ ਘਿਰੇ ਰਹੇ ਆ ਤੇ ਇਹ ਵੀ ਆਪਣਾ ਪ੍ਰਸ਼ਾਦ ਲੈ ਕੇ ਪਿੱਛੇ ਖੜਾ ਮਹਾਂਪੁਰਖਾਂ ਦੇ ਵੱਲ ਤੱਕਣ ਲੱਗਾ। ਜੋ ਤੱਕਣ ਲੱਗਾ ਤਾਂ ਬਾਬਾ ਈਸ਼ਰ ਸਿੰਘ ਹੁਣ ਦੀ ਨਜ਼ਰ ਜਿਉਂ ਹੀ ਪ੍ਰੀਤਮ ਸਿੰਘ 'ਤੇ ਪਈ, ਇਸ ਨੂੰ ਬਾਜ਼ ਮਾਰ ਕੇ ਕਹਿਣ ਲਈ ਕਹਿੰਦੇ ਵੀ ਆ ਉੱਡਣਿਆ ਇੱਧਰ ਆਇਆ। ਜਦ ਇਹਨੇ ਆਪਣਾ ਨਾਮ ਸੁਣਿਆ ਬੜਾ ਹੈਰਾਨ ਹੋ ਗਿਆ, ਮਹਾਂਪੁਰਖਾਂ ਦੇ ਕੋਲ ਚਲ ਗਿਆ ਤੇ ਬਾਬਾ ਜੀ ਨੇ ਇਹਦੇ ਹੱਥੋਂ ਪ੍ਰਸ਼ਾਦ ਬੜਾ ਲਿਫਾਫਾ ਫੜ ਕੇ ਤੇ ਜਿਹੜਾ ਸੀ ਕਹਿੰਦੇ ਆਪਣੇ ਕੋਲ ਰੱਖ ਲਿਆ। ਜਦ ਬਾਬਾ ਜੀ ਨੇ ਪ੍ਰਸ਼ਾਦ ਦਾ ਲਿਫਾਫਾ ਆਪਣੇ ਕੋਲ ਰੱਖਿਆ, ਕੋਲ ਰੱਖਣ ਤੋਂ ਬਾਅਦ ਉੱਥੇ ਕੀ ਦੇਖਿਆ ਕਿ ਜਿੰਨੀ ਵੀ ਜਿਹੜਾ ਭੀੜ ਸੀਗੀ, ਇਸ ਭੀੜ ਦੇ ਵਿੱਚ ਦੋ ਸਿੰਘ ਉਹ ਆਪਸ ਵਿੱਚ ਭੇਡੂ ਬਣ ਕੇ ਜ਼ਮੀਨ ਦੇ ਉੱਤੇ ਹੱਥ ਰੱਖ ਕੇ ਇੱਕ ਦੂਜੇ ਨਾਲ ਸਿਰ ਪੜਾਉਣ ਲੱਗ ਪਏ। ਜਦ ਸਿਰ ਪੜਾਉਣ ਲੱਗ ਪਏ ਸਾਰੀ ਸੰਗਤ ਦੇਖ ਕੇ ਬੜੀ ਹੈਰਾਨ ਹੋਈ ਤੇ ਇਹਦੇ ਵਿੱਚ ਇਉਂ ਲੱਗਣ ਲੱਗਾ ਕਿ ਜਿਵੇਂ ਦੋਨਾਂ ਦੇ ਸਿਰ ਜਿਹੜੇ ਹੁਣੇ ਲਹੂ ਲਹਾਨ ਹੋ ਜਾਂਦੇ ਹੋਣ। ਉਸ ਤੋਂ ਬਾਅਦ ਇਹ ਦੋਨੇ ਉੱਠੇ ਹੱਸਦੇ ਹੱਸਦੇ ਬਾਬਾ ਈਸ਼ਰ ਸਿੰਘ ਜੀ ਪਾਸ ਆ ਗਏ ਤੇ ਆ ਕੇ ਬਾਬਾ ਜੀ ਨੂੰ ਕਹਿਣ ਲੱਗੇ ਸਾਨੂੰ ਦੋਨਾਂ ਨੂੰ ਪ੍ਰਸ਼ਾਦ ਦਿਓ। ਜਦ ਇੰਨੀ ਗੱਲ ਹੋਈ ਬਾਬਾ ਈਸ਼ਰ ਸਿੰਘ ਹੁਣਾਂ ਨੇ ਉਸੇ ਟਾਈਮ ਜਿਹੜਾ ਹੱਥ ਦੇ ਵਿੱਚ ਸਫਾ ਜੰਗ ਫੜਿਆ ਸੀਗਾ ਦੋਨਾਂ ਦੇ ਪਿੱਠ ਦੇ ਉੱਤੇ ਦੋ ਤਿੰਨ ਵਾਰ ਬੜੇ ਜ਼ੋਰ ਨਾਲ ਮਾਰਿਆ। ਦੇਖਣ ਵਾਲਿਆਂ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਰੀੜ੍ਹ ਦੀ ਹੱਡੀ ਹੀ ਟੁੱਟ ਗਈ ਹੁੰਦੀ ਆ। ਪਰ ਇਹ ਦੋਨੇ ਹੱਸਦੇ ਰਹੇ, ਸਫਾ ਜੰਗ ਖਾ ਕੇ ਵੀ ਤੇ ਬਾਬਾ ਜੀ ਨੂੰ ਕਹਿਣ ਲੱਗੇ, ਕਹਿੰਦੇ ਵੀ ਭਾਈ ਸਾਨੂੰ ਹੋਰ ਪ੍ਰਸ਼ਾਦ ਦਿਓ, ਬਾਬਾ ਜੀ ਹੋਰ ਪ੍ਰਸ਼ਾਦ ਦਿਓ। ਤੇ ਬਾਬਾ ਜੀ ਨੇ ਪਿਆਰ ਦੀ ਝੜਕ ਮਾਰ ਕੇ ਇਹਨਾਂ ਨੂੰ ਉੱਥੋਂ ਪਰੇ ਕਰ ਦਿੱਤਾ। ਜਦ ਇਹ ਪਿਆਰ ਦੀ ਝੜਕ ਸੁਣ ਕੇ ਜਿਹੜੇ ਅੱਗੇ ਹੋ ਗਏ ਤੇ ਇਹਨਾਂ ਨੇ ਉਸੇ ਟਾਈਮ ਜਿਹੜੇ ਸੀ ਬਾਬਾ ਜੀ ਨੂੰ ਕਹਿਤਾ, ਕਹਿੰਦੇ ਮਹਾਂਪੁਰਖੋ ਹੁਣ ਅਸੀਂ ਤਿਆਰ ਹੋ ਗਏ ਹਾਂ ਤੇ ਅਸੀਂ ਹੁਣ ਆਪ ਜੀ ਦਾ ਜੋ ਵੀ ਹੁਕਮ ਹਨ ਉਸ ਹੁਕਮ ਦੇ ਉੱਤੇ ਹੁਣ ਪੂਰੀ ਤਰ੍ਹਾਂ ਕਾਇਮ ਖੜੇ ਹਾਂ।
ਜਦ ਇਹ ਦ੍ਰਿਸ਼ ਵੀ ਪ੍ਰੀਤਮ ਸਿੰਘ ਨੇ ਦੇਖਿਆ, ਮਨ 'ਚ ਬੜਾ ਹੈਰਾਨ ਹੋਇਆ। ਪਰ ਉਸ ਟਾਈਮ ਫਿਰ ਬਾਬਾ ਜੀ ਨੇ ਇਹਦੇ ਲਿਫਾਫੇ 'ਚੋਂ ਇੱਕ ਆਲੂ ਬੁਖਾਰਾ ਕੱਢ ਕੇ ਪ੍ਰੀਤਮ ਸਿੰਘ ਦੇ ਹੱਥ 'ਚ ਫੜਾਇਆ ਅਤੇ ਕਹਿਣ ਲੱਗੇ, ਲੈ ਵੇ ਉਡੜਿਆ, ਇਹਦਾ ਨਾ ਸਵਾਦ ਦੇਖ, ਇਹਦਾ ਸਵਾਦ ਕਿਹੋ ਜਿਹਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਪ੍ਰੀਤਮ ਸਿੰਘ ਕਹਿਣ ਲੱਗਾ, ਜੀ ਇਹ ਤਾਂ ਬਹੁਤ ਵਧੀਆ ਆਲੂ ਬੁਖਾਰੇ ਆ, ਮੈਂ ਤਾਂ ਬੜਾ ਚੁਣ ਕੇ ਪੁੱਛ ਕੇ ਲੈ ਕੇ ਆਇਆ। ਜਦ ਇੰਨੀ ਗੱਲ ਬਾਬਾ ਜੀ ਕਹਿੰਦੇ, ਚਲੋ ਠੀਕ ਆ, ਪਰ ਤੂੰ ਛੱਕ ਕੇ ਤਾਂ ਦੇਖ। ਪਰ ਜਿਉਂ ਹੀ ਇਹਨੇ ਆਲੂ ਬੁਖਾਰਾ ਚੱਕਿਆ ਤਾਂ ਉਹ ਜਿਹੜਾ ਆਲੂ ਬੁਖਾਰਾ ਸੀ ਇਮਲੀ ਨਾਲੋਂ ਵੀ ਜ਼ਿਆਦਾ ਖੱਟਾ। ਜਦ ਇਮਲੀ ਨਾਲੋਂ ਜ਼ਿਆਦਾ ਖੱਟਾ ਨੇ ਮੂੰਹ 'ਚ ਦੇਖਿਆ, ਬੜਾ ਹੈਰਾਨ ਹੋਇਆ। ਉਸ ਤੋਂ ਬਾਅਦ ਫਿਰ ਇਹ ਜਿਹੜਾ ਸੀਗਾ ਉੱਥੋਂ ਚੱਲਿਆ ਅਤੇ ਫਿਰ ਮੋਗੇ ਇੱਕ ਢਾਬੇ 'ਤੇ ਪਹੁੰਚ ਗਿਆ। ਹੁਣ ਉਹ ਜਿਹੜਾ ਆਲੂ ਬੁਖਾਰਾ ਮੂੰਹ ਨੂੰ ਲੱਗ ਚੁੱਕਾ ਸੀ, ਖੱਟਾ ਸੀ, ਉਹਦੇ ਨਾਲ ਜਿਹੜੇ ਪ੍ਰੀਤਮ ਸਿੰਘ ਦੇ ਸਾਰੇ ਦੰਦ ਵੀ ਖੱਟੇ ਹੋ ਗਏ। ਹੁਣ ਕੋਈ ਚੀਜ਼ ਦੰਦ ਖਾਣ ਤੋਂ ਸਮਰੱਥ ਸਕੇ। ਜਦ ਉੱਥੇ ਬੈਠਾ, ਉਸ ਤੋਂ ਬੈਠਣ ਤੋਂ ਬਾਅਦ ਫਿਰ ਇਹਨੇ ਡਬਲ ਰੋਟੀਆਂ ਦੁਕਾਨਦਾਰ ਤੋਂ ਮੰਗਾ ਕੇ ਜਦੋਂ ਖਾਣ ਲੱਗਾ, ਇੱਕ ਵੀ ਜਿਹੜੀ ਡਬਲ ਰੋਟੀ ਮੂੰਹ 'ਚ ਪਾਈ ਤੇ ਦੰਦ ਖੱਟੇ ਹੋ ਗਏ। ਖੱਟੇ ਹੋਣ ਕਰਕੇ ਕੋਈ ਵੀ ਪੀਸ ਡਬਲ ਰੋਟੀ ਦਾ ਵੀ ਅੰਦਰ ਨਾ ਜਾਵੇ। ਜਦ ਡਬਲ ਰੋਟੀ ਦਾ ਅੰਦਰ ਨਾ ਜਾਵੇ ਤੇ ਇਹ ਮੂਹਰੇ ਖੜਾ ਅਚਨਚੇਤ ਮਹਾਂਪੁਰਖ ਦੇ ਸਾਹਮਣੇ ਆ ਗਏ। ਜਦ ਸਾਹਮਣੇ ਆ ਗਏ ਤੇ ਇਹਦੇ ਵੱਲ ਦੇਖ ਕੇ ਕਹਿਣ ਲੱਗੇ, ਕਹਿੰਦੇ ਕਿਉਂ ਬਈ, ਹੁਣ ਤੇਰੇ ਜਿਹੜੇ ਦੰਦ ਹੈਗੇ ਆ, ਕਹਿੰਦੇ ਵੀ ਤੂੰ ਮਨ 'ਚ ਕਿਹਾ ਸੀਗਾ ਕਿ ਅਗਰ ਤੁਸੀਂ ਮੈਨੂੰ ਉੱਡਣਾ ਸੱਪ ਕਿਹਾ ਹੈਗਾ ਤੇ ਮੇਰੇ ਦੰਦ ਖੱਟੇ ਕਰਕੇ ਮੈਨੂੰ ਪਟਾਰੀ 'ਚ ਪਾ ਲਓ। ਅਤੇ ਕਹਿੰਦੇ ਵੀ ਦੇਖੋ, ਸਮੁੰਦਰ ਦੇ ਵਿੱਚੋਂ 14 ਰਤਨ ਨਿਕਲੇ ਆ, 11ਵਾਂ ਰਤਨ ਅਸੀਂ ਤੇਰਾ ਜਿਹੜਾ ਨਿੰਦਾ ਵਾਲਾ ਹੈਗਾ ਉਹ ਕਹਿੰਦੇ ਹੁਣ ਕੱਢ ਦਿੱਤਾ ਹੈ ਅਤੇ ਤੇਰੇ ਦੰਦ ਖੱਟੇ ਕਰਕੇ ਤੇ ਤੈਨੂੰ ਪਟਾਰੀ 'ਚ ਪਾ ਲਿਆ। ਜਦ ਇਹ ਦ੍ਰਿਸ਼ ਬਾਬਾ ਜੀ ਦਾ ਸਾਹਮਣੇ ਪ੍ਰੀਤਮ ਸਿੰਘ ਨੇ ਢਾਬੇ 'ਚ ਤੱਕਿਆ, ਬੜਾ ਹੈਰਾਨ ਹੋਇਆ। ਅਤੇ ਉਸ ਤਰ੍ਹਾਂ ਮਹਾਂਪੁਰਖ ਖੜੇ ਆ, ਉਹੀ ਸੱਚਖੰਡ ਦਾ ਨਜ਼ਾਰਾ। ਇਹ ਸਾਰਾ ਕੁਝ ਦੇਖ ਕੇ ਹੈਰਾਨ ਹੋ ਗਿਆ। ਅਚਨਚੇਤ ਢਾਬੇ ਵਾਲਾ ਆਇਆ, ਆ ਕੇ ਪ੍ਰੀਤਮ ਸਿੰਘ ਨੂੰ ਕਹਿਣ ਲੱਗਾ ਵੀ ਤੂੰ ਕੀ ਸੋਚਦਾ ਹੈਗਾ। ਪਰ ਪ੍ਰੀਤਮ ਸਿੰਘ ਨੇ ਜਿਹੜਾ ਸੀ ਢਾਬੇ ਵਾਲੇ ਨੂੰ ਦੇਖ ਕੇ ਕਿਹਾ, ਕਹਿੰਦੇ ਕੁਛ ਨਹੀਂ, ਮੈਂ ਕੁਛ ਨਹੀਂ ਸੋਚਦਾ, ਬਸ ਹੁਣ ਮੈਨੂੰ ਪਤਾ ਲੱਗ ਗਿਆ ਹੈਗਾ ਕਿ ਮਹਾਂਪੁਰਖਾਂ ਨੇ ਮੈਨੂੰ ਅਪਣਾ ਲਿਆ ਹੈਗਾ। ਉਸ ਤੋਂ ਬਾਅਦ ਇਹ ਜਿਹੜਾ ਪ੍ਰੀਤਮ ਸਿੰਘ ਸੀਗਾ ਇਹ ਫਿਰ ਮਹਾਂਪੁਰਖਾਂ ਦੇ ਪਾਸ ਆ ਗਿਆ। ਜਦ ਮਹਾਂਪੁਰਖਾਂ ਦੇ ਪਾਸ ਆਇਆ ਅਤੇ ਮਹਾਂਪੁਰਖਾਂ ਦੇ ਪਾਸ ਆ ਕੇ ਜਦੋਂ ਇਹਨੇ ਮੱਥਾ ਟੇਕਿਆ ਅਤੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਲੇਟ ਗਿਆ। ਲੇਟ ਕੇ ਅਤੇ ਪੂਰਾ ਜਿਹੜਾ ਹੰਝੂ ਸੀ ਉਹਦੇ ਨਾਲ ਮਹਾਂਪੁਰਖਾਂ ਦੇ ਚਰਨ ਧੋਤੇ। ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਜਾਣੀ ਇਸ ਨੂੰ ਉਠਾਲ ਕੇ ਜਦ ਇਹਨੂੰ ਥਾਪੀ ਦੇਣ ਲੱਗੇ ਤਾਂ ਫਿਰ ਪ੍ਰੀਤਮ ਸਿੰਘ ਰੋਣ ਲੱਗ ਪਿਆ। ਮਹਾਂਪੁਰਖਾਂ ਨੂੰ ਕਹਿੰਦੇ ਮਹਾਂਪੁਰਖਾਂ ਮੈਨੂੰ ਬਖਸ਼ ਲਓ। ਬਸ ਉਸ ਤੋਂ ਬਾਅਦ ਮਹਾਂਪੁਰਖਾਂ ਨੇ ਐਸੀ ਇਹ 'ਤੇ ਕਿਰਪਾ ਕੀਤੀ ਕਿ ਇਹ ਜਿਸ ਦਾ ਉੱਡਣਾ ਸੱਪ ਦਾ ਖਿਤਾਬ ਦਿੱਤਾ ਸੀ, ਇਸ ਨੂੰ ਆਪਣੇ ਪ੍ਰੇਮ ਰੂਪੀ ਪਟਾਰੀ ਦੇ ਵਿੱਚ ਪਾ ਕੇ ਸਦਾ ਲਈ ਬਾਬਾ ਈਸ਼ਰ ਸਿੰਘ ਹੁਣਾਂ ਨੇ ਇਸ ਪ੍ਰੀਤਮ ਸਿੰਘ ਨੂੰ ਨਿਹਾਲ ਕਰ ਦਿੱਤਾ। ਉਸ ਤੋਂ ਬਾਅਦ ਫਿਰ ਪ੍ਰੀਤਮ ਸਿੰਘ ਨੇ ਅੰਮ੍ਰਿਤ ਛਕ ਲਿਆ। ਅੰਮ੍ਰਿਤ ਛਕ ਕੇ ਐਸਾ ਸਤਸੰਗੀ ਹੋਇਆ ਕਿ ਜਿੱਧਰ ਕਿੱਧਰ ਵੀ ਜਾਂਦਾ ਹੈਗਾ ਤਾਂ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਬਾਬਾ ਈਸ਼ਰ ਸਿੰਘ ਹੁਣਾਂ ਦੀਆਂ ਸਿਫਤਾਂ ਸੁਣਾ ਕੇ ਅਤੇ ਉਹਨਾਂ ਨੂੰ ਗੁਰਸਿੱਖੀ ਦੇ ਨਾਲ ਜੋੜਦਾ ਹੈਗਾ। ਇਸੇ ਤਰ੍ਹਾਂ ਇੱਕ ਵਾਰ 3-4 ਪ੍ਰੇਮੀ ਜਿਹੜੇ ਸੀ ਉਹ ਆਪਸ ਵਿੱਚ ਗੱਲਾਂ ਕਰਦੇ ਸੀ ਅਤੇ ਉਹਦੇ ਵਿੱਚ ਉਹ ਬਾਬਾ ਈਸ਼ਰ ਸਿੰਘ ਹੁਣਾਂ ਦੇ ਬਚਨਾਂ ਦੀ ਮਹਿਮਾ ਦੇ ਗੁਣ ਗਾਣ ਕਰਦੇ ਸੀ ਕਿ ਮਹਾਂਪੁਰਖ ਕਹਿੰਦੇ ਸੀਗੇ ਕਿ ਜੰਮਣ ਮਰਨਾ ਅਤੇ ਰੋਟੀ ਰਿਜ਼ਕ ਇਹ ਪਰਮੇਸ਼ਰ ਦੇ ਹੱਥ ਵਿੱਚ ਵਾ। ਜਦ ਇਸ ਤਰ੍ਹਾਂ ਦੀਆਂ ਵਿਚਾਰਾਂ ਜਿਹੜੀਆਂ ਸੀਗੀਆਂ ਉਹ ਇਹ 3-4 ਪ੍ਰੇਮੀ ਆਪਸ ਵਿੱਚ ਕਰ ਰਹੇ ਸੀ। ਉਸ ਤੋਂ ਬਾਅਦ ਜਦ ਦੀਵਾਨ ਸ਼ੁਰੂ ਹੋਇਆ, ਇਹ 3-4 ਪ੍ਰੇਮੀ ਮਹਾਂਪੁਰਖਾਂ ਦੇ ਪਾਸ ਦੀਵਾਨ ਦੇ ਵਿੱਚ ਬੈਠ ਗਏ। ਜਦ ਬੈਠ ਗਏ ਤਾਂ ਬਾਬਾ ਈਸ਼ਰ ਸਿੰਘ ਜਦ ਦੀਵਾਨ 'ਚ ਆਏ, ਸਾਰੀ ਸੰਗਤਾਂ ਵੱਲ ਇੱਕ ਵਾਰ ਨਜ਼ਰ ਦੜਾਈ ਅਤੇ ਇਹਨਾਂ ਵੱਲ ਦੇਖ ਕੇ ਇਹਨਾਂ ਨੂੰ ਕਹਿਣ ਲੱਗੇ, ਕਹਿੰਦੇ ਕਿਉਂ ਭਾਈ, ਇਹ ਦੱਸੋ ਵੀ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਆ। ਜਦ ਇਸ ਤਰ੍ਹਾਂ ਦੀ ਵਿਚਾਰ ਬਾਬਾ ਜੀ ਨੇ ਸ਼ੁਰੂ ਕੀਤੀ, ਤਿੰਨੇ ਹੈਰਾਨ ਹੋ ਗਏ ਵੀ ਜਿਹੜੀਆਂ ਗੱਲਾਂ ਅਸੀਂ ਆਪਸ ਵਿੱਚ ਕਰਦੇ ਸੀ ਉਹ ਮਹਾਂਪੁਰਖਾਂ ਨੇ ਮੁੜ ਕੇ ਫਿਰ ਦੀਵਾਨ ਦੇ ਵਿੱਚ ਦੁਹਰਾਤੀਆਂ ਹੈਗੀਆਂ। ਉਸ ਤੋਂ ਬਾਅਦ ਫਿਰ ਤਿੰਨੇ ਖੜੇ ਹੋ ਕੇ ਬਾਬਾ ਈਸ਼ਰ ਸਿੰਘ ਨੂੰ ਕਹਿਣ ਲੱਗੇ ਕਿ ਮਹਾਂਪੁਰਖ ਅਸੀਂ ਕੀ ਜਾਣਦੇ, ਤੁਸੀਂ ਇਹਦੇ ਬਾਰੇ ਚਾਨਣਾ ਪਾਓ। ਉਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਹੋਣਾ ਨੇ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ 40 ਮੁਕਤੇ ਸੀ ਬਦਾਵਾ ਦੇ ਕੇ ਕਲਗੀਧਰ ਮਹਾਰਾਜ ਨੂੰ ਚਲੇ ਗਏ ਸੀਗੇ, ਉਹਨਾਂ ਦੀ ਜਿਹੜੀ ਸਾਰੀ ਇਤਿਹਾਸਕ ਵਿਚਾਰ ਸੀ ਸਾਰੀ ਸੰਗਤ ਦੇ ਵਿੱਚ ਸੁਣਾਈ। ਉਹਦੇ ਵਿੱਚ ਫਿਰ ਮਹਾਂਪੁਰਖਾਂ ਨੇ ਸੁਣਾਇਆ ਕਿ ਕਿਵੇਂ ਔਖੇ ਵਕਤ ਦੇ ਵਿੱਚ ਆ ਕੇ 40 ਮੁਕਤੇ ਜਿਹੜੇ ਭੁੱਖੇ ਅਤੇ ਪਿਆਸ ਤੋਂ ਤੰਗ ਹੋ ਕੇ ਜਿਹੜੇ ਬਦਾਵਾ ਦੇ ਕੇ ਮਹਾਂਪੁਰਖਾਂ ਤੋਂ ਆਪਣੇ ਘਰਾਂ ਨੂੰ ਚਲੇ ਗਏ ਸੀਗੇ। ਅਤੇ ਜਦੋਂ ਮਹਾਂ ਸਿੰਘ ਆਪਣੇ ਘਰ ਪਹੁੰਚਿਆ ਸੀ ਉਹਨਾਂ ਟਾਈਮਾਂ ਦੇ ਵਿੱਚ, ਅਤੇ ਜਦੋਂ ਮਹਾਂ ਸਿੰਘ ਦੀ ਮਾਤਾ ਨੂੰ ਪਤਾ ਲੱਗਾ ਸੀਗਾ ਤਾਂ ਫਿਰ ਮਹਾਂ ਸਿੰਘ ਦੀ ਮਾਤਾ ਨੇ ਫਿਰ ਮਹਾਂ ਸਿੰਘ ਨੂੰ ਜਿਹੜੇ ਸੀ ਬਹੁਤ ਜ਼ਿਆਦਾ ਉਹਨਾਂ ਟਾਈਮਾਂ ਦੇ ਵਿੱਚ ਖਰੀਆਂ ਸੁਣਾਈਆਂ ਸੀ। ਅਤੇ ਉਹਦੇ ਵਿੱਚ ਇਹ ਵੀ ਕਿਹਾ ਸੀਗਾ ਕਿ ਤੂੰ ਆਪਣੀ ਮਾਂ ਦੇ ਦੁੱਧ ਨੂੰ ਕਲੰਕਿਤ ਕਰ ਦਿੱਤਾ ਹੈਗਾ। ਇਸ ਤਰ੍ਹਾਂ ਮਹਾਂ ਸਿੰਘ ਦੇ ਪਿਤਾ ਨੇ ਮਹਾਂ ਸਿੰਘ ਨੂੰ ਬਹੁਤ ਸਾਰੀਆਂ ਲਾਹਨਤਾਂ ਪਾਈਆਂ ਸੀ। ਇੱਥੋਂ ਤੱਕ ਮਹਾਂ ਸਿੰਘ ਦੀ ਜਿਹੜੀ ਘਰੋਂ ਸੀਗੀ ਉਹਨੇ ਵੀ ਮਹਾਂ ਸਿੰਘ ਨੂੰ ਆਖਿਆ ਸੀਗਾ ਕਿ ਮੈਂ ਇੱਕ ਗੁਰੂ ਦੇ ਪਿਆਰੇ ਨਾਲ ਸਿੰਘ ਦੇ ਨਾਲ ਆਪਣਾ ਜ਼ਿੰਦਗੀ ਦਾ ਸਬੱਬ ਜੋੜਿਆ ਸੀਗਾ, ਪਰ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਇਸ ਟਾਈਮ ਔਖੇ ਸਮੇਂ ਗੁਰੂ ਨੂੰ ਇਕੱਲਿਆਂ ਨੂੰ ਛੱਡ ਕੇ ਉੱਥੋਂ ਭੱਜ ਆਓਗੇ।
ਜਦ ਇਸ ਤਰ੍ਹਾਂ ਦੀਆਂ ਜਿਹੜੀਆਂ ਘਰ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਮਹਾਂ ਸਿੰਘ ਦੇ ਨਾਲ ਹੋਈਆਂ ਸੀ, ਮਹਾਂ ਸਿੰਘ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਮੈਂ ਤਾਂ ਮੋਹ ਦੇ ਵਿੱਚ ਖਿੱਚਿਆ ਹੋਇਆ ਘਰ ਆਇਆ ਸੀ, ਪਰ ਘਰਦਿਆਂ ਨੇ ਮੈਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਹੈਗਾ। ਹੁਣ ਮੈਨੂੰ ਵਾਪਸ ਫਿਰ ਕਲਗੀਧਰ ਮਹਾਰਾਜ ਜੀ ਦੇ ਪਾਸ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ ਫਿਰ ਜਦ ਮਹਾਂ ਸਿੰਘ ਜਿਹੜੇ ਸੀਗੇ ਉੱਥੋਂ ਨਿਕਲੇ ਆ, ਅਤੇ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਨਾਲ ਦੇ ਸਾਥੀ ਸੀ ਵੀ ਉਹਨਾਂ ਦੀ ਵੀ ਜਿਹੜੀ ਹਾਲਤ ਸੀ ਬਿਲਕੁਲ ਮਹਾਂ ਸਿੰਘ ਵਰਗੀ ਸੀ। ਸਾਰੇ ਇਕੱਠੇ ਹੋ ਕੇ ਜਦ ਇੱਕ ਜਗ੍ਹਾ ਗਏ ਆ, ਉੱਥੇ ਮਾਤਾ ਭਾਗੋ ਜੀ ਨੇ ਫਿਰ ਮਹਾਂ ਸਿੰਘ ਦੇ ਨਾਲ ਦੇ ਜਿਹੜੇ 40 ਮੁਕਤੇ ਸਾਥੀ ਸੀ ਉਹਨਾਂ ਸਾਰਿਆਂ ਨੂੰ ਇਹ ਦੱਸਿਆ ਸੀਗਾ ਕਿ ਭਾਈ ਅਗਰ ਅਸੀਂ ਗੁਰੂ ਤੋਂ ਬੇਮੁਖ ਹੋ ਕੇ ਕਿਤੇ ਵੀ ਚਲ ਜਾਈਏ ਤਾਂ ਸਾਨੂੰ ਕਿਤੇ ਕੋਈ ਢੋਈ ਨਹੀਂ, ਇਸ ਕਰਕੇ ਸੱਚੀ ਖੁਸ਼ੀ ਗੁਰੂ ਦੀ ਸ਼ਰਨ ਦੇ ਵਿੱਚ ਆ। ਉਸ ਤੋਂ ਬਾਅਦ ਫਿਰ ਮਾਤਾ ਭਾਗੋ ਜੀ 40 ਮੁਕਤਿਆਂ ਦੀ ਅਗਵਾਈ ਕਰਦੇ ਹੋਏ ਫਿਰ ਕਲਗੀਧਰ ਮਹਾਰਾਜ ਦੀ ਭਾਲ ਦੇ ਵਿੱਚ ਨਿਕਲੇ ਸੀਗੇ, ਅਤੇ ਉਸ ਤੋਂ ਬਾਅਦ ਫਿਰ ਖਦਰਾਣੇ ਦੀ ਢਾਲ ਦੇ ਕੋਲ ਫਿਰ ਇਹਨਾਂ ਨੇ ਮੁਗਲ ਸਾਨਾਂ ਦੇ ਨਾਲ ਫਿਰ ਟੱਕਰਾ ਲਿਆ ਸੀ। ਉਸ ਤੋਂ ਬਾਅਦ ਵੀ 40 ਸਿੰਘ ਸ਼ਹੀਦ ਹੋਏ ਸੀ। ਪਰ ਜਦ ਇਹ ਸਿੰਘ ਜਿਹੜੇ ਸ਼ਹੀਦ ਹੋਏ ਸੀ ਉਸ ਤੋਂ ਬਾਅਦ ਜਦ ਇਹਨਾਂ ਦੀਆਂ ਰੂਹਾਂ ਸੱਚਖੰਡ ਗਈਆਂ ਸੀ, ਸੱਚਖੰਡ ਦੇ ਦਰਵਾਜ਼ੇ ਨਹੀਂ ਸੀ ਖੁੱਲ੍ਹੇ। ਕਿਉਂ? ਬਾਬਾ ਈਸ਼ਰ ਸਿੰਘ ਨੇ ਦੱਸਿਆ ਸੀ ਕਿ ਜਦ ਤੱਕ ਮਹਾਂ ਸਿੰਘ ਦਾ ਬਦਾਵਾ ਕਲਗੀਧਰ ਪਿਤਾ ਨੇ ਨਹੀਂ ਪਾੜਿਆ ਤਦ ਤੱਕ ਉਹ ਦਰਵਾਜ਼ੇ ਨਹੀਂ ਸੀ ਖੋਲ੍ਹਦੇ। ਇਸ ਕਰਕੇ ਭਾਈ ਗੁਰੂ ਧਾਰਨਾ ਬੜੀ ਜ਼ਰੂਰੀ ਹੈ ਅਤੇ ਸਿੱਖ ਨੂੰ ਅੰਮ੍ਰਿਤ ਛਕਣਾ ਬੜਾ ਜ਼ਰੂਰੀ ਆ। ਉਸ ਤੋਂ ਬਾਅਦ ਜਦੋਂ ਦਸ਼ਮੇਸ਼ ਪਿਤਾ ਜੀ ਨੇ ਇਹ ਬਦਾਵਾ ਪਾੜਿਆ ਸੀਗਾ, ਫਿਰ ਸੱਚਖੰਡ ਦੇ ਦਰਵਾਜ਼ੇ ਖੋਲ੍ਹੇ ਸੀ, ਫਿਰ ਜਿਹੜੇ 40 ਮੁਕਤੇ ਇਹ ਸਦਾ ਵਾਸਤੇ ਮੁਕਤ ਹੋ ਗਏ ਸੀਗੇ। ਜਦ ਇਸ ਤਰ੍ਹਾਂ ਜਿਹੜੀ ਵਿਚਾਰ ਸੀ ਮਹਾਂਪੁਰਖਾਂ ਨੇ ਫਿਰ ਸੁਣਾਈ ਸੀ, ਉਸ ਤੋਂ ਬਾਅਦ ਫਿਰ ਇਹ ਜਿਹੜੇ 3 ਸਿੰਘ ਸੀਗੇ ਹੈ ਨਾ, ਇਹਨਾਂ ਦੇ ਮਨ ਦੇ ਵਿੱਚ ਮਹਾਂਪੁਰਖਾਂ ਦੇ ਪ੍ਰਤੀ ਇੰਨਾ ਭਾਰੀ ਸਤਿਕਾਰ ਸੀਗਾ, ਅਤੇ ਮਨ ਦੇ ਵਿੱਚ ਸੋਚਣ ਵੀ ਜਿਹੜੀਆਂ ਵਿਚਾਰਾਂ ਅਸੀਂ ਇੱਕ ਦੂਜੇ ਨਾਲ ਸੰਗਤ ਦੇ ਵਿੱਚ ਕਰਦੇ ਹਾਂ, ਅੱਜ ਮਹਾਂਪੁਰਖਾਂ ਨੇ ਉਹਨਾਂ ਵਿਚਾਰਾਂ ਦੀ ਸਾਂਝ ਪਾ ਕੇ ਸਾਡੇ ਸਾਰੇ ਜਿਹੜੇ ਸ਼ੰਕੇ ਹੈਗੇ ਆ ਇਹ ਨਿਵਰਤ ਕਰ ਦਿੱਤੇ ਆ। ਸੋ ਦਾਸ ਅੱਜ ਮਹਾਂਪੁਰਖਾਂ ਦੇ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।